ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਸੋ ਇਹ ਖਾਸ ਸ਼ੋਅ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਗੱਲ ਹਮੇਸ਼ਾ ਉਹਨਾਂ ਬੱਚਿਆਂ ਦੀ ਹੁੰਦੀ ਹੈ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ। ਸੋ ਸਿਰਫ ਉਹੀ ਬੱਚੇ ਨਹੀਂ, ਉਹਨਾਂ ਦੇ ਪੇਰੈਂਟਸ ਨੂੰ ਵੀ ਸਾਡੇ ਇਸ ਸ਼ੋਅ ਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ, ਕਿਉਂਕਿ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਹੀ ਗਾਈਡੈਂਸ ਦੇ ਸਕੀਏ। ਤੇ ਜੇਕਰ ਪੇਰੈਂਟਸ ਵੀ ਧਿਆਨ ਦੇ ਨਾਲ ਸੁਣਦੇ ਨੇ, ਉਹ ਵੀ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਜਿਹੜਾ ਉਹ ਕਰ ਸਕਦੇ ਨੇ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਮੈਂ ਪਹੁੰਚੀ ਹਾਂ। ਮਿਸਟਰ ਜਸਮੀਤ ਭਾਟੀਆ ਜੀ ਅੱਜ ਸਾਡੇ ਨਾਲ ਹੋਣਗੇ। ਸਵਾਗਤ ਕਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਮੈਂ ਦੱਸਦੀ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰਨ ਵਾਲੇ ਹਾਂ। ਤੇ ਨਾਲ ਦੀ ਨਾਲ ਮੈਂ ਦੱਸ ਦਵਾਂ ਜੀ, ਸ਼ੋਅ ਲਾਈਵ ਚੱਲ ਰਿਹਾ ਹੁਣੇ। ਇਸੇ ਵੇਲੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ, ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਹੁਣ ਇਸੇ ਵੇਲੇ ਤੁਹਾਡੇ ਕੋਲ ਮੌਕਾ ਜੀ ਮਿਸਟਰ ਜਸਮੀਤ ਭਾਟੀਆ ਜੀ ਦੇ ਨਾਲ ਗੱਲਬਾਤ ਕਰਨ ਦਾ। ਅਦਰਵਾਈਜ਼ ਕਾਫੀ ਅਪਾਇੰਟਮੈਂਟ ਲੈਣੀ ਪੈਂਦੀ ਹੈ, ਤੁਹਾਨੂੰ ਬਹੁਤ ਲੰਬਾ ਸਫ਼ਰ ਤੈਅ ਕਰਕੇ ਉਹਨਾਂ ਨੂੰ ਮਿਲਣਾ ਪੈਂਦਾ। ਸੋ ਹੁਣ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਨੰਬਰ ਆ ਗਏ ਨੇ ਜੀ ਜਿਹੜੇ ਨੀਚੇ ਫਲੈਸ਼ ਹੋ ਰਹੇ ਨੇ, ਹੁਣੇ ਤੋਂ ਕਾਲਸ ਕਰਨੀਆਂ ਸਟਾਰਟ ਕਰ ਦਿਓ, ਕਿਉਂਕਿ ਬਹੁਤ ਸਾਰੀਆਂ ਕਾਲਸ ਆਉਣ ਵਾਲੀਆਂ ਨੇ। ਕਈ ਵਾਰ ਫਿਰ ਵੇਟਿੰਗ ਤੇ ਪੈ ਜਾਂਦੀ। ਜਿੰਨਾ ਤੁਸੀਂ ਪਹਿਲਾਂ ਕਾਲ ਕਰੋਗੇ ਉਨੀ ਤੁਹਾਡੀ ਵਾਰੀ ਜਲਦੀ ਆਏਗੀ। ਸੋ ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ। ਸੋ ਸਰ, ਅੱਜ ਕਿਉਂਕਿ ਹਮੇਸ਼ਾ ਅਸੀਂ ਚਲੋ ਡਿਸਕਸ ਕਰਦੇ ਹੀ ਹਾਂ ਕਿ ਆਹ ਪ੍ਰੋਫਾਈਲ ਜਾ ਸਕਦਾ ਹੈ ਕੈਨੇਡਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ, ਹੈ ਨਾ, ਸਾਰਾ ਕ੍ਰਾਈਟੀਰੀਆ ਵੀ, ਪ੍ਰੋਸੀਜਰ ਵੀ। ਪਰ ਅੱਜ ਨਾ ਮੈਂ ਕੁਝ ਅਲੱਗ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੀ ਸਟਰਗਲ ਵੀ ਫੇਸ ਕਰਨੀ ਪੈਂਦੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਚਲੋ ਅਸੀਂ ਇੱਥੋਂ ਤਾਂ ਕੈਨੇਡਾ ਪਹੁੰਚ ਜਾਵਾਂਗੇ, ਉੱਥੇ ਜਾ ਕੇ ਹੁਣ ਅਸੀਂ ਕੀ ਕਰਾਂਗੇ। ਇਸ ਬਾਰੇ ਮੈਂ ਗੱਲ ਕਰਨ ਵਾਲੀ ਹਾਂ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਕੈਨੇਡਾ ਜੇ ਬੱਚੇ ਨੇ ਜਾਣਾ ਹੈਗਾ, ਸਭ ਤੋਂ ਮੇਨ ਜਿਹੜੀਆਂ ਸਟਰਗਲ ਤੁਹਾਨੂੰ, ਕਿਉਂਕਿ ਬਹੁਤ ਸਾਰੇ ਬੱਚੇ ਉੱਥੇ ਪਹੁੰਚ ਕੇ ਤੁਹਾਡੇ ਨਾਲ ਲਿੰਕ ਦੇ ਵਿੱਚ ਹੋਣਗੇ, ਕੀ ਸਟਰਗਲ ਫੇਸ ਕਰਨੀਆਂ ਪੈਂਦੀਆਂ ਨੇ? ਸੋ ਫਸਟ ਆਫ ਆਲ, ਜਿਵੇਂ ਆਪਾਂ ਪਿਛਲੇ ਸ਼ੋ 'ਚ ਵੀ ਗੱਲ ਕੀਤੀਆਂ ਸੀ ਇਸੇ ਬਾਰੇ, ਕਿ ਫਸਟ ਆਫ ਆਲ ਤਾਂ ਬੱਚਿਆਂ ਨੂੰ ਇੱਕ ਆਪਣਾ ਸਟਰੋਂਗ ਮਾਈਂਡ ਬਣਾ ਕੇ ਰੱਖਣਾ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਤੇ ਧਿਆਨ ਦੇਣਾ ਚਾਹੀਦਾ ਜਿਹੜੀ ਇਨੀਸ਼ੀਅਲੀ ਜਾ ਕੇ ਬੱਚੇ ਨੂੰ ਲੈਣੀ ਹੈ, ਦੈਟ ਇਜ਼ ਅਕੋਮੋਡੇਸ਼ਨ। ਸੋ ਸਭ ਤੋਂ ਵੱਡੀ ਸਟਰਗਲ ਅੱਜ ਦੀ ਡੇਟ 'ਚ ਅਕੋਮੋਡੇਸ਼ਨ ਹੈ, ਕਿਉਂਕਿ ਕੈਨੇਡਾ ਸਰਕਾਰ ਨੇ ਐਤਕੀ ਵੀਜ਼ੇ ਬਹੁਤ ਜ਼ਿਆਦਾ ਖੁੱਲ੍ਹੇ ਦਿਲ ਨਾਲ ਦਿੱਤੇ ਹੈ। ਜੇ ਕਾਲਜ 'ਚ 100 ਸੀਟਾਂ ਸੀ ਤਾਂ ਆਪਾਂ ਨੂੰ 150 ਸੀਟਾਂ ਤੇ ਕੀ ਕਹਿੰਦੇ 150 ਬੱਚਿਆਂ ਦੇ ਵੀਜ਼ੇ ਆ ਗਏ ਆ। ਸੋ ਬੱਚੇ ਅੱਜ ਦੀ ਡੇਟ 'ਚ ਆਨਲਾਈਨ ਕਲਾਸਾਂ ਵੀ ਲੱਗ ਰਹੀਆਂ, ਕਿਉਂਕਿ ਸਤੰਬਰ ਤੱਕ ਬੱਚੇ ਆਨਲਾਈਨ ਪੜ੍ਹ ਸਕਦੇ ਆ। ਸੋ ਸਟੂਡੈਂਟ, ਸਭ ਤੋਂ ਵੱਡੀ ਸਟਰਗਲ ਹੈ ਅਕੋਮੋਡੇਸ਼ਨ ਤੇ। ਹੁਣ ਜੇ ਬੱਚੇ ਹੀ ਜ਼ਿਆਦਾ ਪਹੁੰਚ ਗਏ ਤਾਂ ਘਰ ਦੇ ਜਿਹੜੇ ਪ੍ਰਾਈਸਿਸ ਹੈਗੇ ਅਕੋਮੋਡੇਸ਼ਨ ਦੇ ਕਾਫੀ ਜ਼ਿਆਦਾ ਵੱਧ ਗਏ ਨੇ। ਜਿੱਥੇ ਅਕੋਮੋਡੇਸ਼ਨ ਕੋਈ $250 ਦੀ ਮਿਲਦੀ ਸੀ, $400 ਦੀ ਮਿਲਦੀ ਹੈ। ਜਿਹੜੀ ਕੋਈ $400 ਦੀ ਮਿਲਦੀ ਸੀ, ਉਹ $600 ਦੀ ਮਿਲਦੀ ਹੈ। ਸੋ ਆਪਾਂ ਨੂੰ ਅਕੋਮੋਡੇਸ਼ਨ ਸਹੀ ਲੱਭਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਨੀਸ਼ੀਅਲੀ ਫॉर 5-7 ਡੇਜ਼ ਮੇਰੀ ਬੱਚਿਆਂ ਨੂੰ ਇਹ ਐਡਵਾਈਸ ਹੈ ਕਿ ਆਪਾਂ ਚਾਹੇ ਕੀ ਕਹਿੰਦੇ ਆ ਮੋਟਲ 'ਚ ਰਹਿ ਲਈਏ, ਹੋਟਲ 'ਚ ਰਹਿ ਲਈਏ, ਜਾਂ ਕਿਸੇ ਆਪਣੇ ਨੋਨ ਕੋ ਰਹਿ ਲਈਏ, ਤਾਂ ਕਿ ਜਦੋਂ ਆਪਾਂ ਸ਼ਿਫਟ ਹੋਣਾ ਆਪਣੀ ਅਕੋਮੋਡੇਸ਼ਨ 'ਚ ਆਪਣਾ ਜਿਹੜਾ ਰੂਮ ਪਾਰਟਨਰ ਹੈ ਉਹ ਬੜੇ ਧਿਆਨ ਨਾਲ ਆਪਾਂ ਚੂਜ਼ ਕਰੀਏ, ਬਿਕੋਜ਼ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੈਕੰਡਲੀ ਜਿਹੜੀ ਚੀਜ਼ ਹੈਗੀ ਆਪਣੀ ਪਾਰਟ ਟਾਈਮ ਜੌਬ। ਸੋ ਪਾਰਟ ਟਾਈਮ ਜੌਬ ਦੇ 3 ਤਰੀਕੇ ਨੇ ਲੱਭਣ ਦੇ। ਸੋ ਫਸਟ ਤਰੀਕਾ ਇਹ ਆ ਜਾਂਦਾ ਕਿ ਆਪਾਂ ਫਸਟ ਚੀਜ਼ ਕੀ ਰੈਫਰੈਂਸ ਹੈ, ਸਾਡਾ ਕੋਈ ਨੋਨ ਹੈਗਾ, ਰਿਸ਼ਤੇਦਾਰ ਹੈ, ਫਰੈਂਡ ਹੈ, ਹੀ ਗੈਟਸ ਯੂ ਅ ਜੌਬ। ਉਹ ਤੁਹਾਨੂੰ ਲੈ ਗਿਆ, ਜੋ ਗੈਸ ਸਟੇਸ਼ਨ ਤੇ ਕੰਮ ਕਰਦਾ ਤਾਂ ਉਹਨੇ ਤੁਹਾਨੂੰ ਗੈਸ ਸਟੇਸ਼ਨ ਤੇ ਲਵਾਤਾ। ਕੋਈ ਤਾਂ ਟਿਮ ਹਾਰਟਨ ਤੇ ਕੰਮ ਕਰਦਾ, ਕਿਸੇ ਨੇ ਟਿਮ ਹਾਰਟਨ ਤੇ ਲਵਾਤਾ। ਕਿਸੇ ਨੇ ਮੈਕਡੋਨਲਡ ਤੇ ਕੰਮ ਕਰਦਾ, ਉਹ ਮੈਕਡੋਨਲਡ ਤੇ ਲਵਾਤਾ। ਸੋ ਦੈਟ ਇਜ਼ ਦ ਈਜ਼ੀਐਸਟ ਥਿੰਗ ਕਿ ਤੁਹਾਨੂੰ ਜਾਣਦਾ ਸੀ ਕੋਈ ਔਰ ਉਹਨੇ ਜਲਦੀ ਜਲਦੀ ਤੁਹਾਡੀ ਨੌਕਰੀ ਲਵਾਤੀ। ਸੈਕਿੰਡ ਵੇ ਹੈਗਾ ਕਿ ਆਪਾਂ ਆਨਲਾਈਨ ਜੌਬ ਅਪਲਾਈ ਕਰੀਏ। ਕਿ ਜੀ ਵੈਬਸਾਈਟ ਹੈਗੀ ਹੈ, ਇੰਡੀਡ ਵੈਬਸਾਈਟ ਹੈਗੀ ਹੈ, ਜਾਂ ਹੋਰ ਵੀ ਵੈਬਸਾਈਟਸ ਹੈਗੀਆਂ ਜਿੱਥੇ ਤੁਸੀਂ ਆਨਲਾਈਨ ਜੌਬਸ ਅਪਲਾਈ ਕਰ ਸਕਦੇ ਹੋ। ਥਰਡਲੀ ਮੈਂ ਹੈਗਾ ਕਿ ਉੱਥੇ ਅੱਜ ਦੇ ਰੇਟ 'ਚ ਹਰ ਸ਼ਾਪ ਦੇ ਬਾਹਰ ਲਿਖਿਆ ਕਿ ਬੰਦੇ ਚਾਹੀਦੇ ਹੈਗੇ ਕੰਮ ਵਾਸਤੇ। ਵਾਂਟਡ ਅ ਸੇਲਸਮੈਨ, ਵਾਂਟਡ ਅ ਸੇਲਸ ਐਸੋਸੀਏਟ, ਵਾਂਟਡ ਅ ਕੈਸ਼ੀਅਰ, ਵਾਂਟਡ ਅ ਸੁਪਰਵਾਈਜ਼ਰ, ਵਾਂਟਡ ਅ ਹੈਲਪਰ, ਵਾਂਟਡ this so on। ਸੋ ਹਰ ਸ਼ਾਪ ਦੇ ਬਾਹਰ ਕੁਝ ਨਾ ਕਿਤੇ ਲਿਖਿਆ ਹੈ। ਆਪਣੇ ਕਾਲਜ 'ਚ ਇੱਕ ਜਗ੍ਹਾ ਹੁੰਦੀ ਹੈ ਜਿੱਥੇ ਆਪਾਂ ਫ੍ਰੀ ਪ੍ਰਿੰਟ ਆਊਟ ਕਰ ਸਕਦੇ ਹਾਂ। ਸੋ ਆਪਣਾ ਇੱਕ ਰਿਜ਼ਿਊਮ ਡਿਜ਼ਾਈਨ ਕਰੋ, ਉੱਥੇ ਆਪਣਾ ਕੈਨੇਡੀਅਨ ਨੰਬਰ ਪਾਓ ਔਰ ਕੈਨੇਡੀਅਨ ਨੰਬਰ ਉਹਦੇ ਵਾਵਾ ਪ੍ਰਿੰਟ ਆਊਟ ਕੱਢੋ, 40-50 ਪ੍ਰਿੰਟ ਆਊਟ ਕੱਢੋ ਔਰ ਨਿਕਲ ਜਾਓ ਮਾਲ 'ਚ, ਮਾਰਕੀਟ 'ਚ, ਦੇਖਣ ਕਿ ਕਿੱਥੇ ਲਿਖਿਆ ਹੈ ਵਾਂਟਡ। ਉੱਥੇ ਤੁਸੀਂ ਪਰਸਨਲੀ, ਦੈਟ ਇਜ਼ ਦ ਵੈਰੀ ਵੈਰੀ ਇਫੈਕਟਿਵ ਵੇ, ਬਿਕੋਜ਼ ਤੁਸੀਂ ਡਾਇਰੈਕਟਲੀ ਪਰਸਨਲੀ ਜਾ ਕੇ ਆਪਣਾ ਰਿਜ਼ਿਊਮ ਦਿੰਦੇ ਹੋ, ਉੱਥੇ ਤੁਸੀਂ ਗੱਲਬਾਤ ਕਰਦੇ ਹੋ ਐਂਡ ਇਟ ਸ਼ੋਜ਼ ਕਿ ਤੁਸੀਂ ਕੌਨਫੀਡੈਂਟ ਹੈਗੇ ਹੋ ਜੌਬ ਲਈ। ਸੋ ਤੁਸੀਂ ਉੱਥੇ ਜਾ ਕੇ ਆਪਣੀ ਜੌਬ ਲਈ ਅਪਲਾਈ ਕਰਦੇ ਹੋ ਐਂਡ ਡੈਫੀਨੇਟਲੀ ਤੁਹਾਨੂੰ ਉੱਥੇ ਜੌਬ ਮਿਲ ਸਕਦੀ ਹੈ। ਉੱਥੇ ਚਾਂਸਿਸ, ਆਈ ਹੈਵ ਸੀਨ ਮੈਨੀ ਸਟੂਡੈਂਟਸ ਡੂਇੰਗ ਦੈਟ, ਜਿਹੜੇ ਆਊਟਡਾਊਟ ਹੈਗੇ ਆ, ਜਿਹੜੇ ਕੌਨਫੀਡੈਂਟ ਹੈਗੇ ਆ ਔਰ ਉਹਨਾਂ ਨੂੰ ਜੌਬਸ ਮਿਲਦੀਆਂ ਵੀ ਹੈਗੀਆਂ। ਸੋ ਇਹ 3 ਤਰੀਕੇ ਹੈਗੇ ਆਪਾਂ ਨੂੰ ਜੌਬਸ ਲੱਭਣ ਲਈ। ਐਂਡ 2-3 ਹਫ਼ਤੇ ਮੈਕਸੀਮਮ ਤੁਹਾਨੂੰ ਪਾਰਟ ਟਾਈਮ ਜੌਬ ਮਿਲ ਜਾਣੀ ਚਾਹੀਦੀ ਹੈ। ਪਰ ਪਾਰਟ ਟਾਈਮ ਜੌਬ ਮਿਲਣ ਦਾ ਇਹ ਮਤਲਬ ਨਹੀਂ ਹੈ ਕਿ ਆਪਾਂ ਸਿਰਫ ਜੌਬ ਤੇ ਹੀ ਧਿਆਨ ਦਈਏ, ਆਪਾਂ ਨੂੰ ਪੜ੍ਹਾਈ ਤੇ ਵੀ ਧਿਆਨ ਦੇਣਾ। ਸੋ ਤੀਜੀ ਚੀਜ਼ ਹੈਗੀ ਸਟੱਡੀ ਨੂੰ ਸਟੂਡੈਂਟਸ ਜਿਹੜੇ ਕਿ ਨਾ ਬਹੁਤ ਲਾਈਟਲੀ ਲੈਂਦੇ ਆ। ਸੋ ਉੱਥੇ ਇੱਕ ਇਨੀਸ਼ੀਅਲੀ ਹੁੰਦਾ ਕਿ ਆਪਾਂ ਇੱਥੇ ਜਦੋਂ ਪੜ੍ਹਦੇ ਹਾਂ ਆਪਾਂ ਪੜ੍ਹਦੇ ਹਾਂ ਕਿ ਆਪਾਂ ਜਦੋਂ ਐਗਜ਼ਾਮ ਦੀਆਂ ਡੇਟਸ ਆਉਂਦੀਆਂ ਆਪਾਂ ਉਦੋਂ ਕਿਤਾਬਾਂ ਖੋਲ੍ਹਦੇ ਹਾਂ, ਉਦੋਂ ਪੜ੍ਹ ਕੇ ਰਾਤੋਂ ਰਾਤ ਆਪਾਂ ਐਗਜ਼ਾਮ ਪਾਸ ਕਰ ਲੈਂਦੇ ਹਾਂ।
ਪਰ ਕੈਨੇਡਾ 'ਚ ਸਟੱਡੀ ਇਦਾਂ ਦੀ ਨਹੀਂ ਹੈਗੀ ਹੈ। ਔਰ ਕੈਨੇਡਾ 'ਚ ਆਪਾਂ ਨੂੰ ਕੰਪਿਊਟਰ ਨੌਲੇਜ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਬਿਕਾਜ਼ ਐਵਰੀਥਿੰਗ ਇਜ਼ ਔਨ ਕੰਪਿਊਟਰ। ਸੋ ਜਦੋਂ ਆਪਾਂ ਪੜ੍ਹਾਈ ਕਰਨੀ ਹੈ, ਸਾਡੀਆਂ ਅਸਾਈਨਮੈਂਟ ਸਬਮਿਟ ਹੋਣੀਆਂ ਆਨਲਾਈਨ, ਸਾਨੂੰ ਮਾਈਕਰੋਸਾਫਟ ਵਰਡ ਚਲਾਉਣਾ ਆਉਣਾ ਚਾਹੀਦਾ, ਸਾਨੂੰ ਮਾਈਕਰੋਸਾਫਟ ਐਕਸਲ ਚਲਾਉਣੀ ਆਉਣੀ ਚਾਹੀਦੀ ਹੈ, ਸਾਨੂੰ ਗ੍ਰਾਫਿਕਸ ਡਿਜ਼ਾਈਨ ਕਰਨੇ ਆਉਣੇ ਚਾਹੀਦੇ। ਸੋ ਬਹੁਤ ਬੱਚੇ ਤਾਂ ਇੱਥੇ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਕਿ ਆਹ ਕੀ ਹੋ ਗਿਆ, ਮੈਨੂੰ ਤਾਂ ਆਉਂਦਾ ਹੀ ਨਹੀਂ ਹੈ, ਬਣਾਉਣਾ ਹੀ ਨਹੀਂ ਆਉਂਦਾ। ਸੋ ਬੱਚਿਆਂ ਨੂੰ ਮੈਂ ਰੀਅਲ ਟਾਈਮ 'ਚ ਮਿਲਦਾ, ਉਹ ਬੱਚੇ ਕਹਿੰਦੇ ਸਾਨੂੰ ਤਾਂ ਕੰਪਿਊਟਰ ਨਹੀਂ ਚਲਾਉਣਾ ਆਉਂਦਾ। ਸੋ ਬੇਸਿਕਲੀ ਜੇ ਬੱਚਾ ਕਹਿੰਦਾ ਨਾ ਕਿ ਮੈਂ ਕੀ ਸਿੱਖਾਂ ਇੰਡੀਆ ਤੋਂ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੰਪਿਊਟਰ ਚਲਾਉਣਾ ਸਿੱਖਣਾ, ਵਰਡ ਚਲਾਉਣਾ, ਐਕਸਲ ਚਲਾਉਣਾ, ਕੰਪਿਊਟਰ ਤੇ ਇੰਟਰਨੈਟ ਐਕਸੈਸ ਕਰਨਾ, ਕਿਉਂਕਿ ਤੁਹਾਨੂੰ ਸਭ ਚੀਜ਼ ਆਨਲਾਈਨ ਸਬਮਿਟ ਕਰਨੀ ਹੈ, ਡੈਡਲਾਈਨਸ ਮੀਟ ਕਰਨੀਆਂ। ਸੋ ਇਨੀਸ਼ੀਅਲੀ ਬੱਚਾ ਕਹਿੰਦਾ ਇਹ ਤਾਂ ਬਹੁਤ ਈਜ਼ੀ ਪੜ੍ਹਾਈ ਹੈਗੀ ਹੈ, ਈਜ਼ੀ ਜ਼ਰੂਰ ਹੈ ਬਟ ਡੈਡਲਾਈਨਸ ਬਹੁਤ ਹੈ। ਜਿਵੇਂ ਆਪਣੀਆਂ ਅਸਾਈਨਮੈਂਟ ਸਬਮਿਟ ਕਰਨ ਦੀਆਂ ਡੈਡਲਾਈਨ, ਟੈਸਟ ਸਬਮਿਟ ਕਰਨ ਦੀਆਂ ਡੈਡਲਾਈਨ, ਐਂਡ ਇਫ ਯੂ ਮਿਸ ਅ ਡੈਡਲਾਈਨ, ਇਫ ਯੂ ਡੋਂਟ ਸਬਮਿਟ, ਤਾਂ ਤੁਹਾਡਾ ਪ੍ਰੋਫੈਸਰ ਤੁਹਾਡੇ ਨਾਲ ਨਾਰਾਜ਼ ਹੋ ਜਾਂਦਾ ਹੈ। ਸੋ ਪ੍ਰੋਫੈਸਰ ਦੇ ਹੱਥ 'ਚ ਬਹੁਤ ਕੁਝ ਹੈਗਾ। ਪ੍ਰੋਫੈਸਰ ਗਿਵਸ ਯੂ ਫਾਈਨਲ ਮਾਰਕਸ, ਔਰ ਜੇ ਤੁਸੀਂ ਉਸ ਸਬਜੈਕਟ 'ਚ ਫੇਲ ਹੋ ਜਾਂਦੇ ਹੋ ਤਾਂ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਆਪਾਂ ਅਸਾਈਨਮੈਂਟਸ, ਡੈਡਲਾਈਨਸ ਮੀਟ ਕਰਨੀਆਂ, ਇਹ ਸਾਰੀਆਂ ਚੀਜ਼ਾਂ ਨੂੰ ਕੀ ਕਹਿੰਦੇ ਆ ਆਪਾਂ ਜੇ ਕਹੀਏ ਸਾਰਾ ਕੁਝ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕਾਜ਼ ਪਾਰਟ ਟਾਈਮ ਜੌਬ ਤਾਂ ਆਪਾਂ ਫਿਰ ਵੀ ਕੋਈ ਲੱਭ ਲਾਂਗੇ, ਪਰ ਜੇ ਕਾਲਜ 'ਚ ਫੇਲ ਹੋ ਗਏ, ਪੜ੍ਹਾਈ ਛੁੱਟ ਗਈ, ਉਹ ਮਿਲਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫਿਰ ਅਸੀਂ ਗੱਲ ਕਰੀਏ ਸਟੂਡੈਂਟਸ ਜਿਹੜੇ ਉੱਥੇ ਜਾ ਕੇ ਪੜ੍ਹਾਈ ਛੱਡ ਦਿੰਦੇ ਆ ਬਿਕਾਜ਼ ਇੱਕ ਬਹੁਤ ਵੱਡੀ ਪ੍ਰੋਬਲਮ ਇਸ ਟਾਈਮ ਆ ਰਹੀ ਹੈ ਕਿ ਕਾਫੀ ਸਟੂਡੈਂਟ ਮਿਸਗਾਈਡ ਹੋ ਜਾਂਦੇ ਆ, ਪੜ੍ਹਾਈ ਛੱਡ ਦਿੰਦੇ ਆ, ਉਹ ਲੋਕਾਂ ਦੀਆਂ ਗੱਲਾਂ 'ਚ ਆ ਜਾਂਦੇ ਆ। ਕਿਉਂਕਿ ਸਭ ਤੋਂ ਜ਼ਿਆਦਾ ਆਪਾਂ ਨੂੰ ਪ੍ਰੋਬਲਮ ਪਤਾ ਉਦੋਂ ਆਉਂਦੀ ਹੈ ਜਦੋਂ ਆਪਾਂ ਹਰ ਚੀਜ਼ ਸੁਣਨ ਲੱਗ ਜਾਂਦੇ ਹਾਂ। ਦੇਖੋ ਤੁਸੀਂ ਇੱਥੋਂ ਵੀਜ਼ਾ ਮਿਲਿਆ, ਤੁਸੀਂ ਉੱਥੇ ਕਾਲਜ 'ਚ ਪਹੁੰਚੇ, ਕੋਈ ਕਹਿੰਦਾ ਯਾਰ ਆਹ ਕਾਲਜ ਨਹੀਂ ਚੰਗਾ, ਸ਼ੈਰਡਨ ਨਹੀਂ ਚੰਗਾ, ਤੂੰ ਹੰਬਰ ਚਲੇ ਜਾ। ਹੰਬਰ ਵਾਲੇ ਨੂੰ ਕਹਿੰਦਾ ਹੰਬਰ ਨਹੀਂ ਚੰਗਾ, ਤੂੰ ਸ਼ੈਰਡਨ ਚਲੇ ਜਾ। ਸੈਨਿਕਾ ਵਾਲੇ ਨੂੰ ਕਹਿੰਦਾ ਤੂੰ ਲੈਂਪਟਨ ਚਲੇ ਜਾ, ਲੈਂਪਟਨ ਵਾਲੇ ਨੂੰ ਕਹਿੰਦਾ ਤੂੰ ਸੈਨਿਕਾ ਚਲੇ ਜਾ। ਸੋ ਬੇਸਿਕਲੀ ਜਿਹੜੇ ਲੋਕ ਤੁਹਾਨੂੰ ਇਹ ਗਾਈਡ ਕਰਦੇ ਆ ਉਹ ਆਪਣੇ ਫਾਇਦਾ ਦੇਖ ਰਹੇ ਆ, ਉਹ ਤੁਹਾਡਾ ਫਾਇਦਾ ਨਹੀਂ ਦੇਖ ਰਹੇ। ਤੁਹਾਡਾ ਇਸ ਚੀਜ਼ਾਂ 'ਚ ਨੁਕਸਾਨ ਹੈਗਾ। ਵੈਨ ਯੂ ਲੀਵ ਦੈਟ ਕਾਲਜ, ਜਿਹੜੇ ਕਾਲਜ ਦਾ ਤੁਹਾਨੂੰ ਵੀਜ਼ਾ ਆਇਆ, ਉਹ ਕਾਲਜ ਉਸੇ ਟਾਈਮ CBSE ਨੂੰ ਇਨਫੋਰਮ ਕਰਦਾ, ਯਾਨੀ ਕਿ ਕਸਟਮ ਐਂਡ ਬਾਰਡਰ ਸਿਕਿਉਰਿਟੀ ਨੂੰ ਇਨਫੋਰਮ ਕਰਦਾ ਕਿ ਆਹ ਬੱਚਾ ਨੇ ਕਾਲਜ ਛੱਡਤਾ ਔਰ ਇਹਦਾ ਅਸੀਂ ਰਿਫੰਡ ਦੇ ਦਿੱਤਾ। ਕੱਲ ਨੂੰ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਦਿੱਕਤ ਆ ਸਕਦੀ ਹੈ। ਫਿਰ ਤੁਸੀਂ ਜਿਹੜਾ $10-20,000 ਬਚਾਉਣਾ, ਤੁਸੀਂ ਸੋਚਦੇ ਬਚਾ ਲਾਂਗੇ, ਉਹ ਬਚਾਉਣ ਦੀ ਜਗ੍ਹਾ ਤੁਹਾਨੂੰ $50,000 ਕਿਸੇ ਵਕੀਲਾਂ ਨੂੰ ਦਿੰਦੇ ਫਿਰੋਗੇ। ਸੋ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈਗੀ ਹੈ। ਸੋ ਮੇਰੀ ਸਟੂਡੈਂਟਸ ਨੂੰ ਐਡਵਾਈਸ ਹੈ ਕਿ ਆਪਾਂ 2 ਸਾਲ, ਸਪੋਜ਼ ਤੁਸੀਂ ਉਸ ਸ਼ਹਿਰ 'ਚ ਨਹੀਂ ਰਹਿਣਾ ਚਾਹੁੰਦੇ ਜਿਹੜੇ ਸ਼ਹਿਰ ਦਾ ਤੁਹਾਡਾ ਵੀਜ਼ਾ ਆ ਗਿਆ, ਬਟ ਛੋਟੇ ਸ਼ਹਿਰਾਂ 'ਚ ਖਰਚੇ ਘੱਟ ਹੈ, ਛੋਟੇ ਸ਼ਹਿਰਾਂ 'ਚ ਆਪਣਾ ਟਾਈਮ ਬਹੁਤ ਘੱਟ ਲੱਗਦਾ, ਆਪਾਂ ਕੰਮ ਤੇ ਜਾਣਾ ਹੈ, ਜੌਬ ਕਰਨ ਜਾਣਾ, ਸੋ ਥੋੜਾ ਘੱਟ ਟਾਈਮ ਲੱਗਦਾ। ਬਟ ਵੱਡੇ ਸ਼ਹਿਰਾਂ 'ਚ ਖਰਚੇ ਵੀ ਜ਼ਿਆਦਾ ਹੈ, ਕੰਮ ਵੀ ਜ਼ਿਆਦਾ ਹੈ, ਸਟ੍ਰੈਸ ਵੀ ਜ਼ਿਆਦਾ, ਔਰ ਪੜ੍ਹਾਈ ਤੇ ਆਪਾਂ ਕੰਸਨਟ੍ਰੇਸ਼ਨ ਕਰ ਨਹੀਂ ਸਕਦੇ। ਸੋ 2 ਸਾਲ ਆਪਾਂ ਜੇ ਕਿਸੇ ਸ਼ਹਿਰ 'ਚ ਆ ਗਏ, ਨੋ ਪ੍ਰੋਬਲਮ, ਆ ਗਏ, ਆਪਾਂ ਪੜ੍ਹਾਈ ਕਰ ਲਈ, ਔਰ ਉਸ ਤੋਂ ਬਾਅਦ ਪੜ੍ਹਾਈ ਕਰਕੇ wherever you want to move in Canada you can move in, ਬਟ ਸਭ ਤੋਂ ਇੰਪੋਰਟੈਂਟ ਚੀਜ਼ ਹੈ ਤੁਹਾਡੀ PR ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੇ ਤੁਹਾਡੀ PR ਨਹੀਂ ਹੁੰਦੀ ਤੁਹਾਨੂੰ ਵਾਪਸ ਵੀ ਆਉਣਾ ਪੈ ਸਕਦਾ। ਸੋ ਕਾਫੀ ਸਾਰੀਆਂ ਚੀਜ਼ਾਂ ਦਾ ਸਟੂਡੈਂਟਸ ਨੂੰ ਖਿਆਲ ਰੱਖਣਾ ਚਾਹੀਦਾ। ਇਹ ਸਾਰੀਆਂ ਇੰਪੋਰਟੈਂਟ ਪੁਆਇੰਟਸ ਹੈ ਜਿਹੜੇ ਮੈਂ ਸਟੂਡੈਂਟਸ ਦੇ ਨਾਲ ਡਿਸਕਸ ਕੀਤੇ, ਸਾਰੀਆਂ ਗੱਲਾਂ ਦਾ ਸਟੂਡੈਂਟ ਨੂੰ ਖਿਆਲ ਰੱਖਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਸਿਰਫ ਕੈਨੇਡਾ ਅਸੀਂ ਪਹੁੰਚ ਗਏ ਆ ਉਹੀ ਚੀਜ਼ਾਂ ਨਹੀਂ ਹੈਗੀਆਂ, ਅਸਲੀ ਸਟਰਗਲ ਉਹ ਬਾਅਦ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਉਹ ਤੁਸੀਂ ਦੇਖਣਾ ਹੈਗਾ ਕਿ ਹੁਣ ਅਸੀਂ ਉੱਥੇ ਜਾ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜੋ ਸਰ ਨੇ ਦੱਸੀਆਂ ਵੀ ਨੇ। ਫਿਲਹਾਲ ਕਾਲਰ ਲੈਣੇ ਆ। ਹੈਲੋ, गुड इवनिंग मैम। गुड इवनिंग, कौन गल कर रहे हो जी? मैम मैं रमन बात कर रही हूँ। हाँ जी रमन, से कहाँ से? ऊना से। जी बताइए क्या पूछना है? हाँ जी मैम, मैंने ये चीज़ कंफर्म करनी थी, जैसे मेरे बैंड स्कोर है 5.5 ओवरऑल 6, तो मुझे कनाडा प्रोसेस करवाना चाहिए USA? रमन अपनी फैमिली बेसिक, हाँ जी, मेरी फैमिली बेसिकली कह रही है कि कनाडा प्रोसेस करवाओ। मैं सोच रही हूँ कि अगर विदाउट इनटेक मिस करवाए मैं USA प्रोसेस करवा लूँ तो कोई दिक्कत तो नहीं है? स्टडी क्या की है आपने रमन? मैम मैंने स्टडी किया है बीकॉम। अभी रिसेंट पास आउट हो? हाँ जी, रीसेंट पास आउट। ठीक है, आपको टीवी स्क्रीन पे आंसर मिल जाएगा जी सर। कित्थे जाना चाहिए ਇਹਨਾਂ ਨੂੰ? ਇੱਕ ਮੋਡਿਊਲ ਚੋਂ 5.5 ਪੁਆਇੰਟ ਹੈਗੇ ਨੇ, ਕੈਨੇਡਾ ਔਰ US। तो 5.5 ਬੈਂਡ ਤੇ ਪਹਿਲੀ ਗੱਲ ਤਾਂ ਆਪਾਂ ਕੈਨੇਡਾ ਅਪਲਾਈ ਨਹੀਂ ਕਰ ਸਕਦੇ। ਕੈਨੇਡਾ 'ਚ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 6 ਈਚ ਬੈਂਡ ਦੀ ਜ਼ਰੂਰਤ ਹੈਗੀ ਹੈ। ਬਹੁਤ ਸਾਰੀਆਂ ਮਸ਼ਹੂਰੀਆਂ ਚੱਲਦੀਆਂ, ਬਹੁਤ ਸਾਰੀ ਐਡਵਰਟੀਜ਼ਮੈਂਟ ਚੱਲਦੀਆਂ। ਸੋ 6 ਈਚ ਬੈਂਡ ਜ਼ਰੂਰੀ ਹੈ ਔਰ ਓਵਰਆਲ 50% ਹੋਣੇ ਨੰਬਰ ਜ਼ਰੂਰੀ ਹੈ। ਸੋ ਕਈ ਵਾਰੀ ਦੇਖੋ 48 49 ਤੇ ਵੀ ਵੀਜ਼ਾ ਆ ਜਾਂਦਾ, ਦੈਟ ਇਜ਼ ਮੈਟਰ ਆਫ ਚਾਂਸ, ਬਟ ਕਈ ਤੁਹਾਡੇ 50% ਤੋਂ ਉੱਤੇ ਨੰਬਰ ਹੋਣੇ ਜ਼ਰੂਰੀ ਹੈਗੇ ਆ।
ਔਰ ਸਟੂਡੈਂਟਸ ਇੱਕ 'ਚ 5.5 ਬੈਂਡ ਹੈ, ਤੁਸੀਂ USA ਅਪਲਾਈ ਕਰ ਸਕਦੇ ਹੋ। ਬਟ ਆਪਾਂ ਜਦੋਂ USA ਸਟੱਡੀ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਇਹ ਚੀਜ਼ ਦਾ ਧਿਆਨ ਰੱਖੀਏ ਕਿ ਆਪਾਂ ਨੂੰ ਟਾਈਮ ਲੱਗ ਸਕਦਾ, ਬਿਕੋਜ਼ I-20 'ਚ ਵੀ ਟਾਈਮ ਲੱਗਦਾ ਔਰ I-20 ਆਉਣ ਤੋਂ ਬਾਅਦ ਆਪਾਂ ਨੂੰ ਅਪਾਇੰਟਮੈਂਟ ਲੈਣ 'ਚ ਵੀ ਟਾਈਮ ਲੱਗ ਸਕਦਾ। ਇਸ ਟਾਈਮ USA ਵੈਸੀ ਕਹਿ ਜ਼ਰੂਰ ਰਹੀ ਹੈ ਕਿ ਅਸੀਂ ਨਵੇਂ ਬੰਦੇ ਹਾਇਰ ਕਰ ਰਹੇ ਹਾਂ, ਬਟ ਇੰਨੀ ਜ਼ਿਆਦਾ ਅਪਾਇੰਟਮੈਂਟਸ ਨਹੀਂ ਮਿਲ ਪਾ ਰਹੀਆਂ। ਸੋ ਸਟੂਡੈਂਟਸ ਵੀ ਜਿਹਨੂੰ ਕਹਿੰਦੇ ਆ ਕਿ ਇਸ ਚੀਜ਼ ਦਾ ਖਿਆਲ ਰੱਖਿਓ। ਬਟ USA ਇਜ਼ ਐਕਸੈਪਸ਼ਨਲ ਡੈਸਟੀਨੇਸ਼ਨ, ਬਹੁਤ ਵਧੀਆ ਜਗ੍ਹਾ ਹੈਗੀ ਹੈ। ਜੇ ਤੁਸੀਂ ਚੰਗੀ ਪੜ੍ਹਾਈ ਕਰਦੇ ਹੋ ਤਾਂ ਯੂ ਕੈਨ ਗੈਟ ਸੈਟਲਡ ਇਨ USA ਆਲਸੋ। ਜੀ ਸੋ ਬਿਲਕੁਲ ਜੀ, ਦੋਨੋਂ ਆਪਸ਼ਨ ਤੁਹਾਡੇ ਕੋਲ ਹੈਗੀਆਂ ਨੇ, ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਅੱਛਾ ਸਰ, ਜਿਵੇਂ ਅਸੀਂ ਗੱਲ ਕਰ ਰਹੇ ਸੀ ਜੇ ਮੈਂ ਗੱਲ ਕਰਾਂ ਉੱਥੇ ਬੱਚਾ ਪਹੁੰਚਦਾ ਮੰਥਲੀ ਕਿੰਨਾ ਕੁ ਖਰਚਾ ਆ ਜਾਂਦਾ, ਕਿਉਂਕਿ ਸਭ ਨੂੰ ਇਹ ਹੁੰਦਾ ਇੱਥੋਂ 6 ਮਹੀਨੇ ਸਾਲ ਦੀ ਅਸੀਂ ਫੀਸ ਪੇ ਕੀਤੀ ਹੈ, ਅੱਗੇ ਜਾ ਕੇ ਬੱਚਾ ਆਪਣਾ ਕਮਾ ਲੇਗਾ ਹੈ ਨਾ, ਤੇ ਜਾਂ ਪਤਾ ਵੀ ਨਹੀਂ ਹੁੰਦਾ ਅਸੀਂ ਅਕੋਮੋਡੇਸ਼ਨ ਕਿੱਥੇ ਲਈਏ, ਔਰ ਰੀਸੈਂਟ ਜਿਹੜਾ ਬੱਚਾ ਨਵਾਂ ਜਾਂਦਾ ਹੈਗਾ ਉਹਦੇ ਖਰਚੇ ਵੀ ਜ਼ਿਆਦਾ ਹੋ ਜਾਂਦੇ ਹੈਗੇ ਨੇ। ਸੋ ਕਿੰਨਾ ਕੁ ਮੰਥਲੀ ਖਰਚਾ ਆਉਂਦਾ ਬੱਚੇ ਦਾ, ਕਿੰਨਾ ਕੁ ਬਜਟ ਲੈ ਕੇ ਬੱਚਾ ਚੱਲੇ? ਸੋ ਸਟੂਡੈਂਟਸ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜੇ ਖਰਚੇ ਦੀ ਅਸੀਂ ਗੱਲ ਕਰੀਏ ਤਾਂ ਮਹੀਨੇ ਦਾ ਸਟੂਡੈਂਟ ਦਾ $1200 ਤੋਂ $1500 ਦਾ ਖਰਚਾ ਆ ਜਾਂਦਾ ਹੈ, ਜੇ ਆਪਾਂ ਬੇਸਿਕ ਲਾਈਫ ਸਟਾਈਲ ਵੀ ਮੇਨਟੇਨ ਕਰਨਾ ਹੈ। ਸੋ ਫਰਸਟ ਥਿੰਗ ਇਜ਼ ਅਕੋਮੋਡੇਸ਼ਨ, ਜਿਹਦਾ ਖਰਚਾ $300 ਤੋਂ $500 ਆ ਸਕਦਾ ਹੈ। ਸੈਕਿੰਡ ਥਿੰਗ ਇਜ਼ ਗਰੋਸਰੀਜ਼ ਦਾ ਜਿਹੜਾ ਖਰਚਾ ਹੈ ਉਹ ਆਪਣਾ $200 ਤੋਂ $400 ਦੇ ਵਿੱਚ ਆ ਸਕਦਾ ਜੇ ਆਪਾਂ ਕੁਕਿੰਗ ਆਪੇ ਕਰਦੇ ਹਾਂ ਔਰ ਸ਼ੇਅਰਿੰਗ 'ਚ ਰਹਿੰਦੇ ਹਾਂ। ਜੇ ਆਪਾਂ ਬਾਹਰੋਂ ਖਾਂਦੇ ਹਾਂ ਤਾਂ ਆਪਣਾ $1000 ਵੀ ਖਰਚ ਹੋ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਫੋਨ ਬਿੱਲ ਇਜ਼ $35 ਤੋਂ $200 ਡਿਪੈਂਡਿੰਗ ਅਪੋਨ ਤੁਸੀਂ ਫੋਨ ਕਿਹੜਾ ਲੈਂਦੇ ਹੋ, ਬਿਕੋਜ਼ ਬੱਚੇ ਉੱਥੇ ਪਹੁੰਚ ਕੇ ਕਰਦੇ ਕਿ ਆਈਫੋਨ ਲੈਣਾ, ਮੈਂ ਕੋਈ ਵਧੀਆ ਫੋਨ ਲੈਣਾ, ਤਾਂ ਉਸ ਚੱਕਰ 'ਚ ਤੁਹਾਡੇ ਬਿੱਲ ਵੀ ਜ਼ਿਆਦਾ ਆ ਸਕਦੇ ਆ। ਸੋ ਜੇ ਤੁਸੀਂ ਆਈਫੋਨ ਨਹੀਂ ਲਓਗੇ ਤਾਂ ਫ੍ਰੀ ਫੋਨਸ ਆਰ ਆਲਸੋ ਅਵੇਲੇਬਲ, ਜਿਹੜੇ ਬਿਲਕੁਲ ਫ੍ਰੀ ਮਿਲ ਜਾਂਦੇ। ਗੂਗਲ ਪਿਕਸਲ ਵਰਗੇ ਫੋਨ ਵੀ ਬਹੁਤ ਘੱਟ ਪੈਸਿਆਂ 'ਚ ਮਿਲ ਜਾਂਦੇ ਆ। ਸੋ ਤੁਹਾਡਾ ਬਿੱਲ $35 ਤੋਂ $50 ਵੀ ਰਹਿ ਸਕਦਾ ਜੇ ਆਪਾਂ $100 ਉੱਥੇ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਖਰਚਾ ਆ ਜਾਂਦਾ ਟਰਾਂਸਪੋਰਟੇਸ਼ਨ ਦਾ। ਜੇ ਤੁਸੀਂ ਟੈਕਸੀ ਯੂਜ਼ ਕਰੋਗੇ ਜਾਂ ਆਪਣੀ ਪਰਸਨਲ ਕਾਰ ਯੂਜ਼ ਕਰੋਗੇ ਤਾਂ ਤੁਹਾਡਾ $1500 ਤੱਕ ਦਾ ਵੀ ਖਰਚਾ ਆ ਸਕਦਾ ਹੈ। ਬਟ ਮੈਨੂੰ ਨਹੀਂ ਲੱਗਦਾ ਕਿ ਕੋਈ ਸਟੂਡੈਂਟ ਇਮੀਡੀਏਟਲੀ ਜਾ ਕੇ ਕਿਸੇ ਸਟੂਡੈਂਟ ਨੂੰ ਕਾਰ ਖਰੀਦਣੀ ਚਾਹੀਦੀ ਹੈ। ਯੂ ਸ਼ੁੱਡ ਵੇਟ ਐਂਡ ਵਾਚ, ਜਾਂ ਅਲਟਰਨ ਅਨਲੈਸ ਤੁਹਾਡੇ ਘਰ ਦੇ ਤੁਹਾਨੂੰ ਕਾਰ ਖਰੀਦ ਕੇ ਦੇ ਰਹੇ ਆ, ਉਹ ਕਹਿ ਰਹੇ ਕਿ ਤੁਸੀਂ ਬੇਟਾ ਕੋਈ ਵੀ ਕਾਰ ਲੈ ਲਓ। ਸੋ ਸਟੂਡੈਂਟਸ ਇਟ ਇਜ਼ ਰੀਲੀ ਨੈਸੈਸਰੀ ਕਿ ਤੁਸੀਂ ਇਨੀਸ਼ੀਅਲੀ ਜਾ ਕੇ ਜਿੰਨੇ ਘੱਟ ਖਰਚੇ ਕਰੋਗੇ which is really important to them। ਔਰ ਸਟੂਡੈਂਟਸ ਨੂੰ ਮੇਰੀ ਇਹ ਐਡਵਾਈਸ ਹੈ ਕਿ ਆਪਾਂ ਜਾਂਦਿਆਂ ਹੀ ਬਹੁਤ ਘੱਟ ਖਰਚੇ ਕਰੀਏ। ਐਂਡ ਸਟੂਡੈਂਟਸ ਨੂੰ ਕੀ ਕਹਿੰਦੇ ਬਿਲਕੁਲ ਗਾਈਡੈਂਸ ਮੇਰੀ ਇਹੀ ਹੈਗੀ ਹੈ ਕਿ ਜਿੰਨੇ ਆਪਾਂ ਘੱਟ ਖਰਚੇ ਕਰਾਂਗੇ ਉਨਾ ਹੀ ਬੈਨੀਫਿਟ ਰਹੇਗਾ ਸਟੂਡੈਂਟਸ ਵਾਸਤੇ ਔਰ ਫਿਊਚਰ ਵਾਸਤੇ ਆਪਾਂ ਨੂੰ ਕੀ ਕਹਿੰਦੇ ਆ ਜ਼ਰੂਰ ਇਹ ਚੀਜ਼ ਦਾ ਫਾਇਦਾ ਹੋਏਗਾ ਜਦੋਂ ਆਪਾਂ ਇਨੀਸ਼ੀਅਲੀ ਘੱਟ ਐਕਸਪੈਂਸਿਸ ਕਰਾਂਗੇ। ਇਨੀਸ਼ੀਅਲੀ ਜੇ ਆਪਾਂ ਜ਼ਿਆਦਾ ਐਕਸਪੈਂਸ ਕਰ ਦਾਂਗੇ ਤਾਂ ਆਪਾਂ ਬਹੁਤ ਸਟ੍ਰੈਸ 'ਚ ਆ ਜਾਵਾਂਗੇ ਔਰ ਕਾਫੀ ਬੱਚੇ ਪੜ੍ਹਾਈ ਵੀ ਛੱਡ ਦਿੰਦੇ ਆ ਕਿ ਜਿਹੜੇ ਇਨੀਸ਼ੀਅਲੀ ਆਪਣੇ ਐਕਸਪੈਂਸਿਸ ਵਧਾ ਲੈਂਦੇ ਆ। ਸੋ ਬਿਲਕੁਲ ਜੀ, ਆਲਮੋਸਟ ਖਰਚੇ ਵੀ ਸਰ ਨੇ ਦੱਸ ਦਿੱਤੇ ਹੈਗੇ ਨੇ, ਕਿਸ ਤਰੀਕੇ ਦੇ ਨਾਲ ਤੁਸੀਂ ਉਸ ਬਜਟ ਨੂੰ ਘੱਟ ਕਰ ਸਕਦੇ ਹੋ, ਉਹ ਵੀ ਸਰ ਨੇ ਬਹੁਤ ਡਿਟੇਲ ਦੇ ਵਿੱਚ ਸਮਝਾਇਆ ਹੈਗਾ। ਸੋ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੈਗਾ। ਪੇਰੈਂਟਸ ਸੁਣ ਰਹੇ ਨੇ, ਤੁਸੀਂ ਵੀ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜੋ, ਕਿਉਂਕਿ 1-2 ਸਾਲ ਦੀ ਗੱਲ ਹੁੰਦੀ ਹੈ, ਤੁਸੀਂ ਉੱਥੇ ਜਾ ਕੇ ਸੈਟਲ ਹੋ ਜਾਓਗੇ, ਅੱਛੀ ਕਮਾਈ ਕਰਨ ਲੱਗ ਪੋਗੇ ਤੇ ਤੁਸੀਂ ਆਪਣਾ ਅੱਛਾ ਬਜਟ ਜਿਹੜਾ ਲੈ ਕੇ ਆ ਸਕਦੇ ਹੈਗੇ ਹੋ, ਆਪਣਾ ਅੱਛਾ ਖਰਚਾ ਜਿਹੜਾ ਉਹ ਕਰ ਸਕਦੇ ਹੋ। ਬਸ ਗੱਲ ਕੀ ਹੈ ਕਿ ਜਾਂਦੇ ਜੇਕਰ ਤੁਸੀਂ ਫੋਕਸ ਕਰੋਗੇ ਕਿ ਹਾਂ ਮੈਂ 2-3 ਸਾਲ ਜਿੰਨੇ ਦੀ ਮੇਰੀ ਪੜ੍ਹਾਈ ਹੈ ਇਹਨੂੰ ਦੇਣੇ ਨੇ, ਉਸ ਤੋਂ ਬਾਅਦ ਜ਼ਰੂਰ ਤੁਹਾਨੂੰ ਅੱਛੀਆਂ ਜੌਬਸ ਮਿਲਣਗੀਆਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਮੈਂ ਮੋਹਿਤ ਗੱਲ ਕਰ ਰਿਹਾ ਜਲੰਧਰ ਤੋਂ। ਹਾਂਜੀ ਮੋਹਿਤ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਮ ਮੈਂ 2021 ਚ ਨਾ ਆਪਣੀ ਪਲੱਸ 2 ਦਿੱਤੀ ਸੀ। ਹਾਂਜੀ 2021 ਦੇ ਵਿੱਚ ਪਲੱਸ 2 ਦਿੱਤੀ ਸੀਗੀ ਜੀ। ਠੀਕ ਹੈ। ਉਸ ਤੋਂ ਬਾਅਦ ਮੈਂ ਆਈਲੈਟਸ ਦਿੱਤੀ ਹੈ ਤੇ ਨਾਲ ਗ੍ਰੈਜੂਏਸ਼ਨ ਵੀ ਕਰ ਰਿਹਾ ਜੀ। ਓਕੇ ਠੀਕ ਹੈ। ਤੇ ਆਈਲੈਟਸ ਮੇਰੇ ਮੈਮ A ਬੈਂਡ ਇੱਕ ਦੇ ਵਿੱਚ ਤੋਂ ਬਾਕੀ 46 ਹੈ। ਓਕੇ ਠੀਕ ਹੈ। ਹੁਣ ਐਕਚੁਅਲੀ ਇਨਟੇਕ ਨੂੰ ਆਪਾਂ ਪਤਾ ਕੀਤਾ ਸੀਗਾ, ਜਲੰਧਰ ਇੱਕ ਕੰਸਲਟੈਂਟ ਕੋਲ ਗਏ ਸੀਗੇ, ਉਹ ਕਹਿ ਰਹੇ ਕਿ ਮਈ ਇਨਟੇਕ ਦੇ ਵਿੱਚ ਅਪਲਾਈ ਨਾ ਕਰੋ, ਉੱਥੇ ਟੈਫਰ ਲੈਣਾ ਪੈਣਾ ਸੈਪਟੈਂਬਰ ਲਈ। ਠੀਕ ਹੈ। ਤੇ ਮਈ ਇਨਟੇਕ ਚ ਪਬਲਿਕ ਕਾਲਜ ਕੈਨੇਡਾ ਦੇ ਵਿੱਚ ਕੋਈ ਕੋਰਸ ਮਿਲ ਜਾਏਗਾ ਮੇਰੇ ਰਿਲੇਟਡ, ਕਿਉਂਕਿ ਮੇਰੀ ਆਰਟਸ ਤੋਂ ਹੀ ਪਲੱਸ 2 ਹੈਗੀ ਆ, ਅੱਗੇ ਮੈਂ ਗ੍ਰੈਜੂਏਸ਼ਨ ਕਰ ਰਿਹਾ ਉਹ ਵੀ ਆਰਟਸ ਚ ਕਰ ਰਿਹਾ। ਗ੍ਰੈਜੂਏਸ਼ਨ ਦਾ ਕਿਹੜਾ ਈਅਰ ਹੈ ਤੁਹਾਡਾ? ਮੇਰਾ ਸੈਕੰਡ ਈਅਰ ਚੱਲ ਰਿਹਾ ਜੀ। ਠੀਕ ਹੈ ਜੀ, ਠੀਕ ਹੈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਸਰ। ਮਈ ਇਨਟੇਕ ਮਿਲੇਗਾ ਇਹਨਾਂ ਨੂੰ, ਗਵਰਨਮੈਂਟ ਕਾਲਜ ਚਾਹੁੰਦੇ ਨੇ ਬਿਲਕੁਲ। ਇਸ ਟਾਈਮ ਕਾਫੀ ਸਾਰੀ ਆਪਸ਼ਨਸ ਹੈਗੀਆਂ। ਹੁਣੇ ਵੀ ਇੱਕ ਅਫੋਰਡੇਬਲ ਕਾਲਜ ਹੈ ਕਿਆਨੋ ਕਾਲਜ, ਵਿਚ ਇਜ਼ ਓਪਨ ਫॉर ਮਈ ਇਨਟੇਕ। ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ ਫॉर ਮਈ ਇਨਟੇਕ। ਔਰ ਹੋਰ ਵੀ ਕਾਫੀ ਆਪਸ਼ਨਸ ਹੈਗੀਆਂ। ਸੇਂਟ ਲਾਰੈਂਸ ਕਾਲਜ ਇਜ਼ ਓਪਨ, ਧਰਮ ਕਾਲਜ ਇਜ਼ ਓਪਨ, ਸੇਂਟ ਕਲੇਅਰ ਕਾਲਜ ਇਜ਼ ਓਪਨ। ਸੋ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਰਾਈਟ ਨਾਓ ਅਵੇਲੇਬਲ ਹੈਗੀਆਂ ਮਈ ਇਨਟੇਕ ਲਈ। ਤੁਸੀਂ ਜਲਦ ਤੋਂ ਜਲਦ ਸਾਡੇ ਨੀਅਰੈਸਟ ਆਫਿਸ
ਵਿਜ਼ਿਟ ਕਰੋ ਔਰ ਆਪਣੀ ਆਫਰ ਲੈਟਰ ਅਪਲਾਈ ਕਰੋ। ਸੋ ਕਈ ਵਾਰੀ ਇਦਾਂ ਹੁੰਦਾ ਕਿ ਜਿਵੇਂ ਹੁਣ ਬੱਚੇ ਦੀ ਆਪਾਂ ਕੁਐਰੀ ਲੈ ਲਈਏ ਕਿ ਕੰਸਲਟੈਂਟ ਕੋਲ ਗਿਆ, ਸੋ ਡਾਇਰੈਕਟ ਰਿਪਰੈਜ਼ੈਂਟੇਸ਼ਨ ਹੈ ਨਹੀਂ ਕਾਲਜਸ ਦੀ, ਤਾਂ ਕੰਸਲਟੈਂਟ ਕੀ ਕਰੇਗਾ, ਤੁਸੀਂ ਸਤੰਬਰ ਲੈ ਲਓ, ਉਹ ਸਤੰਬਰ ਵੀ ਨਹੀਂ ਦੇ ਪਾਏਗਾ ਬਿਕੋਜ਼ ਉਹ ਡਾਇਰੈਕਟਲੀ ਰਿਪਰੈਜ਼ੈਂਟ ਨਹੀਂ ਕਰਦਾ ਕਾਲਜ। ਸੋ ਸਟੂਡੈਂਟ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਮੋਸਟ ਆਫ ਦ ਕਾਲਜਸ ਇਨ ਕੈਨੇਡਾ। ਐਂਡ ਜੇ ਤੁਹਾਨੂੰ ਆਫਰ ਲੈਟਰ ਜਿਵੇਂ ਅਸੀਂ ਕਹੀਏ ਕਿ ਜਿਸ ਦਿਨ ਤੁਸੀਂ ਅਪਲਾਈ ਕਰੋਗੇ, ਜੇ ਤੁਸੀਂ ਕਹੋਗੇ ਕਿ ਮੈਨੂੰ ਸੇਮ ਟਾਈਮ ਤੇ ਮੈਨੂੰ ਕਨਫਰਮੇਸ਼ਨ ਚਾਹੀਦੀ ਹੈ ਔਰ ਤੁਹਾਡੇ ਡਾਕੂਮੈਂਟਸ ਕੰਪਲੀਟ ਹੈ, ਤਾਂ ਆਪਾਂ ਸੇਮ ਟਾਈਮ ਤੇ ਤੁਹਾਡੀ ਆਫਰ ਲੈਟਰ ਅਪਲਾਈ ਕਰਕੇ ਤੁਹਾਨੂੰ ਕਨਫਰਮੇਸ਼ਨ ਦੇ ਦੇਵਾਂਗੇ। ਸੋ ਸਟੂਡੈਂਟਸ ਮੇਰੀ ਇਹ ਸਾਰਿਆਂ ਨੂੰ ਐਡਵਾਈਸ ਹੈ ਕਿ ਡੈਫੀਨੇਟਲੀ ਜਦੋਂ ਆਪਾਂ ਅਪਲਾਈ ਕਰਦੇ ਇਹਨਾਂ ਛੋਟੀਆਂ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਡੇ ਕੋਲ ਆਪਸ਼ਨ ਹੈਗੀਆਂ ਨੇ ਬੱਚਿਆਂ ਦੇ ਕੋਲ, ਤੁਸੀਂ ਅਪਲਾਈ। ਅੱਛਾ ਸਰ, ਜਿਵੇਂ ਇਹਨਾਂ ਦਾ ਫੋਨ ਆਇਆ ਸੀਗਾ, ਇਹ ਹੁਣ ਗ੍ਰੈਜੂਏਸ਼ਨ ਕਰ ਰਹੇ ਨੇ, ਸੈਕਿੰਡ ਈਅਰ ਚੱਲ ਰਿਹਾ, ਪਰ ਇਹ +2 ਬੇਸ ਤੇ ਜਾਣਗੇ ਸਟੱਡੀ, ਤਾਂ ਮੈਨੂੰ ਨਹੀਂ ਲੱਗਦਾ ਨਾ ਕੰਟੀਨਿਊ ਜੇਕਰ ਇਹ ਮਈ ਇਨਟੇਕ 'ਚ ਜਾਣਾ ਚਾਹੁੰਦੇ ਨੇ ਕਰ ਸਕਣਗੇ। +2 ਕਿੱਦਾਂ? ਇਹਨਾਂ ਨੇ +2 ਕੀਤੀ ਸੀ, ਹੁਣ ਇਹਨਾਂ ਦਾ ਗ੍ਰੈਜੂਏਸ਼ਨ ਦਾ ਸੈਕਿੰਡ ਈਅਰ ਚੱਲ ਰਿਹਾ, ਮਤਲਬ ਉਹ ਤਾਂ ਫਿਰ ਡ੍ਰੌਪ ਹੀ ਕਰਨਾ ਪਏਗਾ ਨਾ। ਡ੍ਰੌਪ ਹੀ ਕਰਨਾ ਪਏਗਾ ਔਰ ਇਹਨਾਂ ਨੂੰ ਜੇ ਆਪਣੀ ਪੜ੍ਹਾਈ ਨੂੰ ਕੰਪਲੀਟ ਕਰਕੇ ਜਾਣਾ ਚਾਹੁੰਦੇ ਆ ਤਾਂ ਆਪਣੀ ਬੈਚਲਰ ਕੰਪਲੀਟ ਕਰਕੇ ਅਪਲਾਈ ਕਰਨ, ਨਹੀਂ ਤਾਂ ਇਹਨਾਂ ਨੂੰ ਆਪਣੀ ਬੈਚਲਰ ਡਿਗਰੀ ਡ੍ਰੌਪ ਕਰਨੀ ਪਏਗੀ। ਜੀ ਬਿਲਕੁਲ ਜੀ, ਨਹੀਂ ਤਾਂ ਤੁਸੀਂ ਡ੍ਰੌਪ ਕਰਨਾ ਪਏਗਾ। 2 ਸਾਲ ਜਿਹੜੇ ਤੁਸੀਂ ਲਗਾਏ ਨੇ, 1 ਸਾਲ ਜੇਕਰ ਤੁਸੀਂ ਵੇਟ ਕਰਨਾ ਚਾਹੋ ਵੇਟ ਕਰ ਲਓ, ਅਦਰਵਾਈਜ਼ ਜਿਹੜਾ ਹੈਗਾ ਤੁਸੀਂ +2 ਦੇ ਬੇਸ ਤੇ ਜਾ ਸਕਦੇ ਹੋ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਮੈਂ ਚੰਡੀਗੜ੍ਹ ਤੋਂ ਕੋਮਲ ਗੱਲ ਕਰ रही हूँ। हाँ जी कोमल, दसो की पूछना चाहते हो? मैम मुझे अपनी प्रोफाइल डिस्कस करनी है। करो जी। 2001 में मास्टर खत्म कर थी ठीक है, सोशियोलॉजी में। ओके ठीक है। ओके, उसके बाद मैंने ऑर्गेनाइजेशन में काम किया है, एनजीओ में। देन मैंने आईएसएफ नहीं करी है 2023 जैन में विद 6.5 ओवरऑल बैंड। ठीक है, डन। तो ऐसा मेरे को इनटेक वैसे प्रेफर सितंबर ही है। मेरी प्रोफाइल को लेकर मैं कौन से कॉलेज में जा सकती हूँ? मैं 2000 मिली थी कंसल्टेंट से, बट मेरे को वो सूटेबल, मेरे को इतना उन्होंने अच्छे से एक्सप्लेन नहीं कर पाए ओके मेरी ठीक है। प्रोफाइल को लेकर। कोई आपकी चॉइस है लोकेशन या फिर कॉलेज यूनिवर्सिटी को लेकर? प्रेफर चॉइस तो मैम वैसे सिर्फ मेरे को कैंपस ब्रैम्पटन के अराउंड चाहिए। कॉलेज मेरे को अभी कुछ, मैं बहुत कंफ्यूज हूँ। ओके ठीक है ठीक है ठीक है कोमल, टीवी स्क्रीन पे आप अपना आंसर सुन लीजिए। जी सर, केड़ा कैंपस इन्हां लई बेस्ट रहेगा? सो +2 इन्होंने किए कौन से ईयर में किया? इन्होंने अभी मास्टर कंप्लीट करी है 2021 में। सो इन्होंने मास्टर की है, तो मास्टर्स जे इन्होंने M.Com नहीं की है तो MBA भी करन जा सकते हैं। और जे इन्होंने M.Com के बाद कोई पोस्ट ग्रेजुएट डिप्लोमा करने हैं, इवेंट मैनेजमेंट, ह्यूमन रिसोर्स मैनेजमेंट, बिजनेस एनालिटिक्स, इंटरनेशनल बिजनेस मैनेजमेंट वर्गे डिप्लोमा भी करन जा सकते हैं। और जे इन्हों की कोई की कहते हैं रिक्वायरमेंट है कोई प्रोफैशनली होर किसी तरीके का डिप्लोमा करन दी, तो वो भी करन जा सकते हैं। दे कैन बी पोस्ट ग्रेजुएट डिप्लोमास। ठीक है जी। सो बहुत सारी ऑप्शन ਤੁਹਾਡੇ ਕੋਲ ਹੈਗੇ ਨੇ ਕੋਮਲ, ਬਹੁਤ ਸਾਰੇ ਕੈਂਪਸ ਜਿਹੜੇ ਹੈਗੇ ਨੇ। ਬਾਕੀ ਵੀ ਜਿਹੜੀ ਆਡੀਅנס ਮੈਂ ਤੁਹਾਨੂੰ ਕਹਿ ਦਿੰਦੀ ਹਾਂ ਜੀ ਕਿ ਆਈ ਨੋ ਕਿ ਤੁਸੀਂ ਕਾਲਸ ਟਰਾਈ ਕਰ ਰਹੇ ਹੋਵੋਗੇ, ਬਹੁਤ ਸਾਰੀ ਕਾਲ ਸਾਨੂੰ ਆ ਰਹੀਆਂ ਹੈਗੀਆਂ ਨੇ, ਕੁਝ ਵੇਟਿੰਗ ਤੇ ਕੁਝ ਕਾਲਸ ਅਸੀਂ ਲੈ ਰਹੇ ਹਾਂ, ਕਿਉਂਕਿ ਅੱਧੇ ਘੰਟੇ ਦਾ ਸ਼ੋਅ ਹੁੰਦਾ, ਮੇਰੇ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ, ਆਡੀਅנס ਤੇ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ। ਸੋ ਪੋਸੀਬਲ ਨਹੀਂ ਹੁੰਦਾ ਕਈ ਵਾਰ ਸਾਰੀਆਂ ਕਾਲਸ ਲੈਣਾ। ਜੇ ਬਾਈ ਚਾਂਸ ਤੁਹਾਡੀ ਕਾਲ ਸਾਡੇ ਕੋਲੋਂ ਮਿਸ ਹੋ ਗਈ ਹੈ ਜੀ, ਮਾਫੀ ਚਾਹਾਂਗੇ ਇਹਦੇ ਲਈ, ਪਰ ਤੁਸੀਂ ਕਾਲ ਆਪਣੀ ਟਰਾਈ ਕਰੋ। ਤੁਹਾਡਾ ਨੰਬਰ ਜਿਹੜਾ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਆ ਗਿਆ, ਤੁਹਾਨੂੰ ਕਾਲ ਬੈਕ ਕੰਪਨੀ ਵੱਲੋਂ ਆ ਜਾਏਗਾ। ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਡਿਟੇਲ ਦੇ ਨਾਲ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਹੀ ਰਹੇ ਨੇ, ਨੀਅਰ ਬਾਈ ਕੋਈ ਵੀ ਆਫਿਸ ਜਿਹੜਾ ਤੁਹਾਡੇ ਪੈਂਦਾ ਹੈਗਾ ਤੁਸੀਂ ਉੱਥੇ ਪਹੁੰਚੋ, ਆਪਣਾ ਪ੍ਰੋਫਾਈਲ ਡਿਸਕਸ ਕਰੋ, ਪ੍ਰੋਪਰ ਤਰੀਕੇ ਦੀ ਅਸੈਸਮੈਂਟ ਜਿਹੜੀ ਤੁਹਾਡੀ ਕੀਤੀ ਜਾਏਗੀ। ਸੋ ਅਸੀਂ ਗੱਲ ਕਰ ਰਹੇ ਹਾਂ ਜੀ ਅੱਜ ਕੈਨੇਡਾ ਨੂੰ ਲੈ ਕੇ, ਖਾਸ ਕਰਕੇ ਕੈਨੇਡਾ 'ਚ ਕੀ ਸਟਰਗਲ ਫੇਸ ਕਰਨੀਆਂ ਪੈਂਦੀਆਂ ਨੇ, ਕੀ ਕੁਝ ਜਿਹੜਾ ਬੱਚਿਆਂ ਨੂੰ ਧਿਆਨ ਰੱਖਣਾ ਚਾਹੀਦਾ, ਉਹਨਾਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਤੁਸੀਂ ਵੀ ਧਿਆਨ ਦੇ ਨਾਲ ਸ਼ੋਅ ਨੂੰ ਸੁਣਨਾ ਹੈਗਾ। ਸਰ ਮਈ ਇਨਟੇਕ ਸਭ ਕਹਿ ਰਹੇ ਨੇ, ਹੁਣ ਤਾਂ ਸਤੰਬਰ ਵੀ ਕਲੋਜ਼ ਹੋ ਗਿਆ ਤੇ ਮਈ ਇਨਟੇਕ 'ਚ ਕੁਝ ਇੱਕ ਸੀਟਸ ਹੈਗੀਆਂ ਹਲੇ ਸਤੰਬਰ ਵਿੱਚ ਤਾਂ ਕਾਫੀ ਸਾਰੀਆਂ ਸੀਟਸ ਅਵੇਲੇਬਲ ਹੈ ਇਨ ਗਵਰਨਮੈਂਟ ਕਾਲਜ, ਐਂਡ ਮਈ ਵਿੱਚ ਵੀ ਹੱਲੇ ਵੀ ਕੁਝ ਸੀਟਸ ਅਵੇਲੇਬਲ ਹੈਗੀਆਂ। ਆਈ ਫੀਲ ਜਿਹੜੇ ਬੱਚਿਆਂ ਕੋਲ ਫੀਸ ਰੈਡੀ ਹੈ, ਯਾਨੀ ਕਿ ਉਹਨਾਂ ਕੋਲ ਟਿਊਸ਼ਨ ਫੀਸ ਰੈਡੀ ਹੈ ਔਰ GIC ਰੈਡੀ ਹੈ, ਉਹ ਮਈ ਇਨਟੇਕ ਲਈ ਅਪਲਾਈ ਕਰ ਸਕਦੇ ਹੋ। ਜੇ ਸਤੰਬਰ ਇਨਟੇਕ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਅਪਲਾਈ ਕਰੋ, ਬਿਕੋਜ਼ ਸਤੰਬਰ 23 ਦੀਆਂ ਸੀਟਾਂ ਵੀ ਬਹੁਤ ਜਲਦੀ ਕਲੋਜ਼ ਹੋਣ ਵਾਲੀਆਂ। ਸੋ ਸਟੂਡੈਂਟਸ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਨੀਅਰੈਸਟ ਆਫਿਸ ਸਾਡੇ ਵਿਜ਼ਿਟ ਕਰ ਸਕਦੇ ਹੋ, ਜਲੰਧਰ, ਲੁਧਿਆਣਾ, ਮੋਗਾ
ਬਠਿੰਡਾ, ਅੰਮ੍ਰਿਤਸਰ, ਮੋਹਾਲੀ, ਚੰਡੀਗੜ੍ਹ, ਜੀਂਦ, ਜੰਮੂ ਐਂਡ ਇਸ ਤੋਂ ਇਲਾਵਾ ਬੈਂਗਲੌਰ 'ਚ ਵੀ ਸਾਡਾ ਹੁਣੇ ਰੀਸੈਂਟਲੀ ਆਫਿਸ ਓਪਨ ਹੋਇਆ ਹੈ। ਸੋ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਪ੍ਰੋਪਰ ਕਾਉਂਸਲਿੰਗ ਲੈ ਕੇ ਆਪਣੇ ਜਿੰਨੇ ਵੀ ਡਾਊਟਸ ਹੈ ਕਲੀਅਰ ਕਰ ਸਕਦੇ ਹੋ। ਐਂਡ ਸਾਡੇ ਕੈਨੇਡਾ ਵਿੱਚ ਵੀ ਆਫਿਸ ਹੈ ਔਰ ਉੱਥੇ ਵੀ ਤੁਸੀਂ ਸਾਡੇ ਨੰਬਰ ਸਾਡੇ ਵੈਬਸਾਈਟ ਤੇ ਹੈਗੇ 6479972486। ਤੁਸੀਂ ਉੱਥੇ ਪਹੁੰਚ ਕੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਡੇ ਕੈਨੇਡਾ 'ਚ ਵੀ ਫੋਨ ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਸਟੱਡੀ ਵੀਜ਼ਾ ਹੀ ਨਹੀਂ, ਸਟੱਡੀ ਵੀਜ਼ਾ ਤੋਂ ਬਾਅਦ ਤੁਹਾਡੇ ਪੇਰੈਂਟਸ ਦਾ ਟੂਰਿਸਟ ਵੀਜ਼ਾ ਫॉर योर ਕਨਵੋਕੇਸ਼ਨ, ਕਿਉਂਕਿ ਹਰ ਬੱਚਾ ਚਾਹੁੰਦਾ ਹੈ ਕਿ ਉਹਦੇ ਪੇਰੈਂਟਸ ਕਨਵੋਕੇਸ਼ਨ ਤੇ ਆਉਣ। ਉਸ ਤੋਂ ਬਾਅਦ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਬਾਅਦ ਤੁਹਾਡੀ PR ਔਰ PR ਤੋਂ ਬਾਅਦ ਤੁਹਾਡੇ ਪੇਰੈਂਟਸ ਦਾ ਸੁਪਰ ਵੀਜ਼ਾ ਔਰ ਉਸ ਤੋਂ ਬਾਅਦ ਤੁਹਾਡੇ ਸਪਾਊਸ ਦਾ ਡਿਪੈਂਡੈਂਟ ਵੀਜ਼ਾ ਔਰ ਉਸ ਤੋਂ ਬਾਅਦ ਤੁਹਾਡੇ ਸਪਾਊਸਲ PR। ਸੋ ਇਹ ਕਾਫੀ ਲੰਬਾ ਪ੍ਰੋਸੀਜਰ ਹੈ। ਜੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਸਟੈਪ ਵਾਈਜ਼ ਚੱਲੋਗੇ ਤਾਂ ਮੈਨੂੰ ਲੱਗਦਾ ਬਹੁਤ ਲੰਬੇ ਸਮੇਂ ਤੱਕ ਸਾਡਾ ਇੱਕ ਰਿਲੇਸ਼ਨ ਰਹੇਗਾ। ਆਉਣ ਵਾਲੇ 10 ਸਾਲ ਤੱਕ ਸਾਡਾ ਇੱਕ ਰਿਲੇਸ਼ਨ ਰਹਿ ਸਕਦਾ ਹੈ ਜਦ ਤੱਕ ਤੁਹਾਡੇ ਸਪਾਊਸਲ ਦੀ PR ਨਹੀਂ ਹੋ ਸਕਦੀ। ਸੋ ਇਹ ਸਾਰੇ ਜਿਹਨੂੰ ਕਹਿੰਦੇ ਕਿ ਡਿਵਾਈਸ ਦੇਣ ਲਈ ਅਸੀਂ ਕੇਪੇਬਲ ਹੈਗੇ ਕਿਉਂਕਿ RCIC ਮੈਂਬਰ ਸਾਡੇ ਪੈਨਲ ਤੇ ਹੈ ਔਰ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਜ਼ਰੂਰ ਸਹੀ ਗਾਈਡੈਂਸ ਲੈ ਸਕਦੇ ਹੋ। ਬਿਕੋਜ਼ ਵਨ ਥਿੰਗ ਮੈਨੂੰ ਜਿਹੜੀ ਬਹੁਤ ਬਿਲਕੁਲ ਚੰਗੀ ਨਹੀਂ ਲੱਗਦੀ, ਕਈ ਵਾਰੀ ਮੈਨੂੰ ਬੱਚਾ ਇਹ ਕਹਿੰਦਾ ਨਾ ਕਿ ਉਹ 15 ਲੱਖ ਰੁਪਏ ਏਜੰਟ ਨੇ ਆਪਣੇ ਅਕਾਊਂਟ 'ਚ ਪਵਾ ਲਿਆ। ਮੈਨੂੰ ਲੱਗਦਾ ਵੀ ਅਸੀਂ ਇੰਨੀ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਹਾਂ ਪਰ ਬੱਚੇ ਫਿਰ ਵੀ ਮਿਸਗਾਈਡ ਹੋ ਜਾਂਦੇ ਆ। ਇਹ ਚੀਜ਼ ਬਿਲਕੁਲ ਠੀਕ ਨਹੀਂ ਹੈਗੀ। ਸੋ ਸਟੂਡੈਂਟ ਮਿਸਗਾਈਡੈਂਸ ਤੋਂ ਬਚੋ। ਕਿਸੇ ਕੰਸਲਟੈਂਟ ਨੂੰ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈਗੀ। ਲੈਂਡਮਾਰਕ ਇਮੀਗ੍ਰੇਸ਼ਨ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਚਾਰਜ ਕਰ ਰਿਹਾ। ਸੋ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰੋ ਔਰ ਆਪਣਾ ਆਫਰ ਲੈਟਰ ਇੱਕ ਗਵਰਨਮੈਂਟ ਕਾਲਜ 'ਚ ਅਪਲਾਈ ਕਰੋ। ਜੀ ਨੈਕਸਟ ਕਾਲਰ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਗੱਲ ਕਰ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? This is Tanvi from Chandigarh. ਜੀ ਸੰਦੀਪ, ਹਾਂਜੀ ਦੱਸੋ। Okay, so my question is that I have completed my graduation 2019 ओके and उसके बाद से मेरा गैप ही है। ओके तो I want to know कि मैं एलिजिबल हूँ नाइक्रा कॉलेज के लिए। ओके 2019 में ग्रेजुएशन आइल्स कर लिया आपने? Yes, I have done my IELTS. कितने स्कोर हैं आपके, कितने बैंड्स हैं? Overall 6.5. 6.5 ओके। और 2019 के बाद कोई जॉब किया या बिल्कुल फ्री थे? No, I have done nothing. ਓਕੇ ਡਨ, ਠੀਕ ਹੈ। ਟੀਵੀ ਸਕਰੀਨ ਤੇ ਤੁਸੀਂ ਆਪਣਾ ਆਨਸਰ ਸੁਣ ਸਕਦੇ ਹੋ ਜੀ। 2019 ਤੋਂ ਬਾਅਦ ਗੈਪ ਹੈ ਇਹਨਾਂ ਦਾ। ਗ੍ਰੈਜੂਏਸ਼ਨ ਕੀਤੀ ਹੋਈ ਹੈ 6.5 ਓਵਰਆਲ। ਸੋ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਗ੍ਰੈਜੂਏਸ਼ਨ ਕੀਤੀ ਹੈ 2019 ਚ। ਆਈ ਡੋਂਟ ਸੀ ਐਨੀ ਇਸ਼ੂਜ਼। ਆਈ ਹੈਵ ਆਲਰੇਡੀ ਟੋਲਡ ਯੂ ਕਿ ਸਾਡੇ ਕੋਲ 18 ਸਾਲ ਦੇ ਵਰਕ ਐਕਸਪੀਰੀਅੰਸ ਤੇ ਵੀ ਵੀਜ਼ਾ ਹੈਗਾ, MBBS ਡਾਕਟਰ ਦਾ ਵੀ ਵੀਜ਼ਾ ਹੈਗਾ, BDS ਦਾ ਵੀ ਵੀਜ਼ਾ ਹੈਗਾ, ਪ੍ਰੋਫੈਸਰ ਦਾ ਵੀ ਵੀਜ਼ਾ ਹੈਗਾ। ਸੋ ਤੁਸੀਂ ਤਾਂ ਹਾਲੇ ਮੈਂ ਕਹਾਂਗਾ ਰੀਸੈਂਟਲੀ ਪਾਸ ਆਊਟ ਹੀ ਹੈਗੇ ਹੋ। ਬਿਲਕੁਲ ਤੁਸੀਂ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਮੈਨੂੰ ਲੱਗਦਾ ਕੈਨੇਡਾ ਇੱਕ ਇੱਦਾਂ ਦੀ ਕੰਟਰੀ ਹੈ ਜਿਹੜੀ ਮੋਸਟ ਫਲੈਕਸੀਬਲ ਹੈਗੀ ਹੈ ਔਰ ਜਿਹੜੇ ਸਟੂਡੈਂਟਸ ਨੂੰ ਖੁੱਲ੍ਹੇ ਦਿਲ ਨਾਲ ਉੱਥੇ ਇਨਵਾਈਟ ਕਰਦੀ ਹੈ। ਬਟ ਉੱਥੇ ਰੂਲਸ ਐਂਡ ਰੈਗੂਲੇਸ਼ਨ ਅਬਾਈਡ ਕਰਨੇ ਸਾਡਾ ਇੱਕ ਫਰਜ਼ ਹੈ। ਆਪਾਂ ਇੱਕ ਕੰਟਰੀ ਜਾ ਰਹੇ ਹਾਂ, ਜੇ ਕੱਲ੍ਹ ਨੂੰ ਪੀਪਲ ਕੀ ਕਹਿੰਦੇ ਆ, ਆਪਾਂ ਕੀ ਕਹਿੰਦੇ ਆ ਉੱਥੇ ਜਾ ਕੇ PR ਲੈਣਾ ਚਾਹੁੰਦੇ ਆ ਤਾਂ ਸਾਨੂੰ ਕੀ ਕਹਿੰਦੇ ਰੂਲਸ ਐਂਡ ਰੈਗੂਲੇਸ਼ਨ ਜ਼ਰੂਰ ਅਬਾਈਡ ਕਰਨੇ ਚਾਹੁੰਦੇ ਆ। ਜੀ ਬਿਲਕੁਲ ਜੀ ਬਿਲਕੁਲ। ਸੋ ਬਹੁਤ ਸਾਰੀਆਂ ਆਪਸ਼ਨ ਤੁਹਾਨੂੰ ਕੈਨੇਡਾ ਵਾਸਤੇ ਮਿਲ ਜਾਂਦੀਆਂ ਹੈਗੀਆਂ ਨੇ। ਅਸੀਂ ਅੱਜ ਗੱਲ ਕਰ ਰਹੇ ਹਾਂ ਮਈ ਇਨਟੇਕ ਵੀ ਤੁਹਾਡੇ ਵਾਸਤੇ ਅਵੇਲੇਬਲ ਹੈਗਾ ਹੈ। ਜੇਕਰ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰਦੇ ਹੋ, ਸਤੰਬਰ ਇਨਟੇਕ ਦੀਆਂ ਸੀਟਸ ਵੀ ਹੈਗੀਆਂ ਨੇ ਪਰ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਲਦੀ ਅਪਲਾਈ ਕਰੀਏ। ਸੋ ਸਰ ਲਾਸਟ ਦੇ ਵਿੱਚ ਕੋਈ ਸੁਜੈਸ਼ਨ ਜਿਹੜਾ ਤੁਸੀਂ ਸਾਡੇ ਸਟੂਡੈਂਟਸ ਸੋ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ 12th ਦੇ ਐਗਜ਼ਾਮ ਹੁਣੇ ਦੇ ਰਹੇ ਹੋ ਆਪਣੀ ਆਈਲੈਟਸ ਦੀ ਡੇਟ ਬੁੱਕ ਕਰ ਲੈਣ ਔਰ ਜਿਹੜੇ ਆਈਲੈਟਸ ਕਰ ਚੁੱਕੇ ਹੋ ਆਪਣੇ ਲਈ ਅਪਕਮਿੰਗ ਇਨਟੇਕ ਲਈ ਆਫਰ ਲੈਟਰ ਮੰਗਾ ਸਕਦੇ ਆ। ਜਿਨ੍ਹਾਂ ਨੂੰ ਰਿਫਿਊਜ਼ਲ ਆਈ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਅਰੈਸਟ ਆਫਿਸ ਪਹੁੰਚ ਕੇ ਸਹੀ ਗਾਈਡੈਂਸ ਲੈ ਸਕਦੇ ਹੋ। ਕਿਸੇ ਨੂੰ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਹੈ। ਫ੍ਰੀ ਆਫ ਕਾਸਟ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਫਾਈਲ ਪ੍ਰੋਸੈਸ ਕਰ ਰਿਹਾ। ਥੈਂਕ ਯੂ। ਜੀ ਬਿਲਕੁਲ ਜੀ। ਸੋ ਕੋਈ ਫੀਸ ਜਿਹੜੀ ਆ ਉਹ ਨਹੀਂ ਦੇਣੀ ਪਏਗੀ ਲੈਂਡਮਾਰਕ ਇਮੀਗ੍ਰੇਸ਼ਨ ਕਿਉਂਕਿ ਬਹੁਤ ਸਾਰੀ ਕੰਪਨੀਜ਼ 50,000 ਲੱਖ ਰੁਪਏ ਤਾਂ ਉਹਨਾਂ ਦੀ ਫੀਸ ਹੀ ਹੁੰਦੀ ਹੈਗੀ ਆ। ਤੇ ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਨਹੀਂ ਆਉਂਦਾ ਤੇ ਉਹ ਜਿਹੜਾ 50,000 ਲੱਖ ਰੁਪਏ ਉਹ ਤਾਂ ਤੁਹਾਡਾ ਬਿਲਕੁਲ ਵੇਸਟ ਜਾਂਦਾ ਹੀ ਜਾਂਦਾ ਹੈ। ਸੋ ਲੈਂਡਮਾਰਕ ਇਮੀਗ੍ਰੇਸ਼ਨ ਵਰਗੀ ਕੰਪਨੀ ਜਿਹੜੀ ਪਿਛਲੇ 15 ਸਾਲਾਂ ਤੋਂ ਬਹੁਤ ਸਾਰੇ ਸਟੂਡੈਂਟਸ ਨੂੰ ਭੇਜ ਚੁੱਕੀ ਹੈ, ਉਹ ਆਪਣੀ ਕੋਈ ਫੀਸ ਨਹੀਂ ਲੈ ਰਹੀ ਤੇ ਤੁਹਾਡੇ ਲਈ ਇਸ ਤੋਂ ਵੱਡਾ ਸੁਨਹਿਰੀ ਮੌਕਾ ਕੀ ਹੋ ਸਕਦਾ ਹੈ। ਸੋ ਥੈਂਕ ਯੂ ਸੋ ਮਚ ਕਾਲਸ ਕਰਨ ਲਈ। ਬਾਕੀ ਜੇਕਰ ਨਹੀਂ ਕਾਲ ਮਿਲੀਆਂ ਕੋਈ ਗੱਲ ਨਹੀਂ ਜੀ, ਤੁਹਾਡੇ ਨੰਬਰ ਆ ਗਏ ਨੇ, ਤੁਹਾਨੂੰ ਕਾਲ ਬੈਕ ਆ ਜਾਏਗਾ ਕੰਪਨੀ ਵੱਲੋਂ ਤੇ ਤੁਸੀਂ ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ। ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ। ਲੈਂਡਮਾਰਕ ਇਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਹੈਂਡਲਸ ਨੂੰ YouTube, Facebook, ਇੰਸਟਾ ਤੇ ਜਾ ਕੇ ਵੀ ਚੈੱਕ ਕਰੋ ਤਾਂ ਕਿ ਤੁਹਾਨੂੰ ਡੇਲੀ ਜਿਹੜੀਆਂ ਅਪਡੇਟਸ ਉਹ ਮਿਲਦੀਆਂ ਰਹਿਣ। ਸਤਿ ਸ਼੍ਰੀ ਅਕਾਲ।